ਚੀਮਾ ਚੈਰੀਟੇਬਲ ਫਾਊਂਡੇਸ਼ਨ ਦੀ ਕੀ ਕਰਦੇ ਨੇ, ਕਿਹਦੇ ਲਈ ਫੰਡ ਇਕੱਠਾ ਕਰਦੇ ਨੇ, ਉਹ ਸਾਰਾ ਕੁਝ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਭੈਣ ਜੀ ਨਵਦੀਪ ਗਿੱਲ ਜੀ। ਭੈਣ ਜੀ ਸਵਾਗਤ ਹੈ ਤੁਹਾਡਾ। ਥੈਂਕ ਯੂ ਸੋ ਮਚ। ਪਹਿਲਾਂ ਤੇ ਮੇਰੀ ਸਾਰੇ ਹੀ ਸਰੋਤਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਨੂੰ ਬਹੁਤ-ਬਹੁਤ ਥੈਂਕ ਯੂ। ਤੁਸੀਂ ਹਰ ਸਾਲ ਸਾਡੀ ਬੜੀ ਹੈਲਪ ਕਰਦੇ ਹੋ ਕਿ ਸਾਡੀ ਆਵਾਜ਼ ਤੁਹਾਡੇ ਸਰੋਤਿਆਂ ਤੱਕ, ਜਿਹੜੇ ਕਿ ਸਾਨੂੰ ਨਹੀਂ ਮਿਲ ਸਕਦੇ, ਉਹਨਾਂ ਤੱਕ ਪਹੁੰਚਦੀ ਰਹਿੰਦੀ ਹੈ ਜੀ। ਭਾਈ ਜੀ ਆਪਾਂ ਹਰ ਵਾਰੀ ਦੇਖਦੇ ਹਾਂ ਕਿ ਬਹੁਤ ਸਾਰੇ ਮੋਟਰਸਾਈਕਲ ਚਲਾਉਣ ਵਾਲੇ, ਜਿਹੜੇ ਮੋਟਰਸਾਈਕਲ ਨੂੰ ਪਿਆਰ ਕਰਨ ਵਾਲੇ ਆ, ਉਹ ਆਉਂਦੇ ਨੇ, ਹੈ ਨਾ। ਹਾਂਜੀ। ਇਸ ਰਾਈਡ ਦਾ ਹਿੱਸਾ ਬਣਦੇ ਆ। ਰਾਈਡ ਦਾ ਨਾਮ ਹੈਗਾ ਰਾਈਡ ਫਾਰ ਰਾਜਾ। ਪਹਿਲਾਂ ਤਾਂ ਥੋੜ੍ਹਾ ਜਿਹਾ ਇਹਦੀ ਬੈਕਗਰਾਊਂਡ ਦੱਸੋ। ਰਾਈਡ ਫਾਰ ਰਾਜਾ ਸੰਸਥਾ ਇਹ ਕਦੋਂ ਸਟਾਰਟ ਹੋਈ ਸੀਗੀ? ਹਾਂਜੀ, ਜਿਵੇਂ ਕਿ ਤੁਸੀਂ ਨਾਮ ਲਿਆ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ 2012 ਦੇ ਵਿੱਚ ਜਿਹੜਾ ਮੇਰਾ ਛੋਟਾ ਬ੍ਰਦਰ ਸੀ, ਉਸ ਦੀ ਵੀ ਵਿਛੋੜਾ ਦੇ ਗਿਆ ਸੀ ਤੇ ਉਹਦੀ ਯਾਦ ਦੇ ਵਿੱਚ ਅਸੀਂ ਕੁਛ ਐਂ ਦਾ ਕੰਮ ਕਰਨਾ ਚਾਹੁੰਦੇ ਸੀ ਕਿ ਜਿੱਥੇ ਤੇ ਸਾਡੇ ਦੁੱਖਾਂ ਨੂੰ ਮਲਮ ਤੇ ਲੱਗੇ ਤੇ ਨਾਲ ਨਾਲ ਅਸੀਂ ਕੋਈ ਅੱਛਾ ਕੰਮ ਕਰਕੇ ਕਮਿਊਨਿਟੀ ਦੇ ਕੰਮ ਆ ਸਕੀਏ। ਕਿਉਂਕਿ ਇੱਕ ਐਨਰਜੀ ਹੁੰਦੀ ਹੈ ਜਿਹੜੀ ਦੁੱਖ ਹੁੰਦਾ ਹੈ ਕਿ ਇਟਸ ਅ ਨੈਗੇਟਿਵ ਐਨਰਜੀ, ਤੇ ਆਪਾਂ ਨੇ ਜਿਵੇਂ ਆਪਾਂ ਨੂੰ ਸਿਖਾਇਆ ਜਾਂਦਾ ਹੈ ਕਿ ਨੈਗੇਟਿਵ ਚੋਂ ਪੋਜ਼ਿਟਿਵ ਲੱਭੋ। ਸੋ ਇਹਦੇ ਵਿੱਚੋਂ ਹੋਰ ਤੇ ਕੁਛ ਨਹੀਂ ਸੀ ਪੋਜ਼ਿਟਿਵ ਦਿਸਦਾ ਉਸ ਵੇਲੇ, ਇਹੀ ਦਿਸਦਾ ਸੀਗਾ ਵੀ ਆਪ ਕਿਵੇਂ ਇਸ ਦੁੱਖ ਚੋਂ ਨਿਕਲੀਏ, ਪਰਿਵਾਰ ਨੂੰ ਕਿਵੇਂ ਕੱਢੀਏ। ਤੇ ਫਿਰ ਕੋਈ ਉਹਦਾ ਨਾਂ, ਉਹ 38 ਸਾਲਾਂ ਦੇ ਵਿੱਚ ਸਾਨੂੰ ਇੰਨਾ ਪਿਆਰ ਦੇ ਕੇ ਗਿਆ ਕਿ ਅਸੀਂ ਸਿਰਫ ਉਹਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਨਾ ਚਾਹੁੰਦੇ ਸੀ। ਅਸੀਂ ਜਿਹੜਾ ਸੈਪਟੈਂਬਰ 16 ਨੂੰ ਨਹੀਂ, ਅਸੀਂ 23 ਜੂਨ ਨੂੰ ਸੈਲੀਬ੍ਰੇਟ ਕਰਨਾ ਚਾਹੁੰਦੇ ਸੀ। ਸੋ ਜਦੋਂ ਦਾ ਜਨਮ ਦਿਨ ਆਇਆ 2013 ਦੇ ਵਿੱਚ, ਅਸੀਂ ਫਿਰ ਫਾਊਂਡੇਸ਼ਨ, ਸਾਰੇ ਪਰਿਵਾਰ ਨੇ, ਉਹਦੇ ਦੋਸਤਾਂ ਨੇ, ਕਮਿਊਨਿਟੀ ਨੇ ਸਾਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਤੇ ਅਸੀਂ ਇੱਕ ਫਾਊਂਡੇਸ਼ਨ ਲਾਂਚ ਕੀਤੀ ਜਿਹਦੇ ਵਿੱਚ ਕਿ ਸੋਚਿਆ ਗਿਆ ਕਿ ਉਹਨਾਂ ਬੱਚਿਆਂ ਦੀ ਹੈਲਪ ਕੀਤੀ ਜਾਵੇ ਜਿਨ੍ਹਾਂ ਦੇ ਇੱਕ ਮਾਂ ਪਿਓ ਜਾਂ ਦੋਨੋਂ ਹੀ ਨਹੀਂ ਹੈ ਕਿਸੇ ਵੀ ਕਾਰਨ ਕਰਕੇ। ਕਿਉਂਕਿ ਇੱਥੇ ਮਾਂ ਪਿਓ ਤੋਂ ਬੱਚੇ ਇੰਨੇ ਔਖੇ ਪਾਲਦੇ ਨੇ ਤੇ ਜਿਹੜੇ ਬੱਚੇ ਆਉਂਦੇ ਰੋਣ ਹੁੰਦੇ ਨੇ, ਉਹਨਾਂ ਨੂੰ ਤੇ ਬੜੀ ਹੈਲਪ ਦੀ ਲੋੜ ਹੁੰਦੀ ਹੈ। ਸੋ ਇਸ ਤਰ੍ਹਾਂ ਇਹ ਜਿਹੜੀ ਫਾਊਂਡੇਸ਼ਨ ਹੋਂਦ ਵਿੱਚ ਆਈ। ਅੱਛਾ, ਇਹ ਜਿਹੜੀ ਫਾਊਂਡੇਸ਼ਨ ਫੰਡ ਇਕੱਤਰ ਕਰਦੀ ਹੈ ਹੁਣ ਤੱਕ, ਪਹਿਲਾਂ ਤਾਂ ਇਹ ਦੱਸੋ ਵੀ ਕਿੰਨੇ ਕੁ ਇਵੈਂਟ ਆਪਾਂ ਕਰਵਾ ਚੁੱਕੇ ਹਾਂ? ਇਸ ਸਾਲ ਸਾਡਾ 9ਵਾਂ ਇਵੈਂਟ ਹੈ ਜੀ। 2013 ਦੇ ਵਿੱਚ ਅਸੀਂ ਪਹਿਲਾਂ ਕੀਤਾ, ਉਦੋਂ ਤਾਂ ਸਿਰਫ ਅਸੀਂ ਜਿਵੇਂ ਲਾਂਚ ਕੀਤਾ ਸੀਗਾ, ਇਟ ਵਾਜ਼ ਐਟ ਪਾਰ ਇਵੈਂਟ। ਅਸੀਂ ਇਹ ਨਹੀਂ ਸੀ ਸੋਚਿਆ ਕਿ ਇਸ ਇਵੈਂਟ 'ਚੋਂ ਪੈਸੇ ਇਕੱਠੇ ਹੋਣਗੇ, ਪਰ ਫਿਰ ਵੀ ਆਪਣੀ ਕਮਿਊਨਿਟੀ ਇੰਨੀ ਅੱਛੀ ਸੀ ਕਿ ਸਾਡੇ ਕੋਲ ਪੈਸੇ ਬਚ ਗਏ, ਹੈ ਨਾ। ਸੋ ਅਸੀਂ ਜਿਹੜਾ ਸੀਗਾ ਹੈਲਪ ਬੱਚਿਆਂ ਦੀ $5000 ਨਾਲ ਸ਼ੁਰੂ ਕੀਤੀ ਸੀ, ਬਟ ਅਸੀਂ ਸੋਚਿਆ ਨਹੀਂ ਸੀ ਕਿ ਹੋਏਗੀ, ਬਟ ਕਿਉਂਕਿ ਸਾਰੇ ਐਕਸਟਰਾ ਪੈਸੇ ਦੇ ਗਏ ਸੀ ਕਾਫੀ, ਤੋਂ ਸਾਡੇ ਕੋਲ ਬਚ ਗਏ। ਫਿਰ ਸਾਨੂੰ ਉਸ ਵੇਲੇ, ਕਿਉਂਕਿ 2013 ਦੇ ਵਿੱਚ ਸਾਡੇ ਤੇ ਸੱਟ ਬੜੀ ਨਵੀਂ ਸੀ, ਅਸੀਂ ਇੰਨੇ ਜੋਗੇ ਨਹੀਂ ਸੀ ਕਿ ਅਸੀਂ ਕਿਸੇ ਨੂੰ ਕੁਆਲੀਫਾਈ ਕਰ ਸਕਦੇ ਜਾਂ ਲੱਭ ਸਕਦੇ। ਫਿਰ ਜਿਵੇਂ ਸਾਡੀ ਟੀਮ 'ਚੋਂ ਹੀ ਕਿਸੇ ਨੇ ਕਿਹਾ ਵੀ ਜਿਹੜੀ ਆਰਗੇਨਾਈਜੇਸ਼ਨ ਆਲਰੇਡੀ ਕੰਮ ਕਰ ਰਹੀ ਹੈ ਉਹਦੇ ਨਾਲ ਰਲ ਕੇ ਤੇ ਆਪਾਂ ਕਿਉਂ ਨਹੀਂ, ਉਹਨਾਂ ਕੋਲ ਤੇ ਐਵੇਂ ਦੇ ਬੱਚੇ ਆਉਂਦੇ ਹੋਣਗੇ। ਸੋ ਅਸੀਂ ਇੱਕ ਵਾਰੀ ਕਿਸੇ ਦੇ ਘਰ ਗਏ, ਉੱਥੇ ਫੈਜ਼ਲ ਮੋਦੀ ਗੱਲ ਕਰ ਰਹੇ ਸੀ। ਉਹ ਕਹਿੰਦੇ ਕਿ ਅਸੀਂ ਬੱਚਿਆਂ ਲਈ ਬਰਸਰੀਜ਼ ਇਕੱਠੀਆਂ ਕਰ ਰਹੇ ਹਾਂ। ਆਈ ਹੈਡ ਨੋ ਕਲੂ ਕਿ ਉਹ ਕੀ ਗੱਲ ਕਰ ਰਹੇ ਨੇ। ਮੈਂ ਉਹਨਾਂ ਨੂੰ ਸਾਈਡ 'ਤੇ ਕਰਕੇ ਬਾਅਦ 'ਚ ਪੁੱਛਿਆ, ਮੈਂ ਕਿਹਾ ਕਿ ਤੁਸੀਂ ਕੀ ਕੰਮ ਕਰਦੇ ਹੋ, ਬੱਚਿਆਂ ਲਈ ਕੁਛ ਕਰਦੇ ਹੋ? ਉਹ ਜਿਵੇਂ ਕਹਿੰਦੇ ਨੇ ਤੁਸੀਂ ਚੰਗਾ ਕੰਮ ਕਰਨ ਲੱਗੋ, ਬਾਬਾ ਜੀ ਆਪੇ ਤੁਹਾਨੂੰ ਮਿਲਾਉਂਦੇ ਰਹਿੰਦੇ ਨੇ ਜਿਨ੍ਹਾਂ ਨੇ ਤੁਹਾਡੀ ਹੈਲਪ ਕਰਨੀ ਹੁੰਦੀ ਆ। ਉਹਨਾਂ ਨੇ ਦੱਸਿਆ ਕਿ ਆਪਣੇ ਸਾਊਥ ਏਸ਼ੀਅਨ ਕਮਿਊਨਿਟੀ ਦੇ 65 ਬੱਚੇ ਫੋਸਟਰ ਹੋਮਸ 'ਚ ਰਹਿ ਰਹੇ ਨੇ ਤੇ ਵੀ ਇਟਸ ਓਕੇ, ਤੁਸੀਂ ਆਪਣੀ ਕਮਿਊਨਿਟੀ ਦੇ ਬੱਚਿਆਂ ਦੀ ਬਾਂਹ ਫੜ ਸਕਦੇ ਹੋ। ਪਰ ਅਸੀਂ ਫਿਰ ਵੀ ਇੱਛਾ ਜ਼ਾਹਿਰ ਕੀਤੀ ਕਿ ਅਸੀਂ ਸਾਰੇ ਬੱਚਿਆਂ ਦੀ, ਅਸੀਂ ਇਹ ਨਹੀਂ ਸੋਚਣਾ ਵੀ ਸਿਰਫ ਇਹੀ ਕੋਈ ਵੀ ਬੱਚਾ ਉੱਥੇ ਜਿਹਨੂੰ ਹੈਲਪ ਚਾਹੀਦੀ ਆਪਾਂ ਉਹਨਾਂ ਦੀ ਹੈਲਪ ਕਰੀਏ। ਸੋ ਪਹਿਲਾਂ ਅਸੀਂ ਇੱਕ ਬੜੀ ਨਿਮਾਣੀ ਜੀ ਕੋਸ਼ਿਸ਼ ਦੇ ਨਾਲ ਸ਼ੁਰੂ ਕੀਤਾ। ਅਗਲੀ ਵਾਰੀ ਮੇਰੇ ਖਿਆਲ ਸਾਨੂੰ $11000 ਇਕੱਠੇ ਹੋਏ, ਹੈ ਨਾ। ਸੋ ਹੌਲੀ ਹੌਲੀ ਵੱਧ ਗਿਆ। ਲਾਸਟ ਈਅਰ ਡਿਊਰਿੰਗ ਦ ਕੋਵਿਡ ਆਲਸੋ ਵੀ ਕੁਡ ਰੇਜ਼ $32,000 ਇਨ ਵਨ ਡੇ। ਸੋ ਆਈ ਐਮ ਥਿੰਕਿੰਗ ਓਵਰ $200,000 ਅਸੀਂ ਉਹਨਾਂ ਨੂੰ ਇਸ ਵੇਲੇ ਤੱਕ ਦੇ ਚੁੱਕੇ ਹਾਂ। ਤੇ ਇਸ ਸਾਲ ਦਾ ਸਾਡਾ ਟੀਚਾ ਹੈਗਾ 40,000 ਦਾ। ਸੋ ਬਾਬਾ ਜੀ ਮਿਹਰ ਕਰਨਗੇ ਤਾਂ ਸਪੋਂਸਰ ਸਾਡੇ ਤੇ ਬਹੁਤ ਵਿਸ਼ਵਾਸ ਕਰਦੇ ਨੇ ਤੇ ਅਸੀਂ ਇਸ ਜਿਹੜਾ ਕਾਫਲਾ ਇੱਕ ਸੋਚ ਦੇ ਨਾਲ ਤੁਰਿਆ ਸੀਗਾ, ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਤੇ ਬਹੁਤ ਬੱਚਿਆਂ ਦੀ ਇਸ ਦੇ ਵਿੱਚ ਹੈਲਪ ਹੋ ਸਕਦੀ ਹੈ ਜੀ। ਜਿਵੇਂ ਹੁਣ ਤੁਸੀਂ ਦੱਸਿਆ ਕਿ 9ਵਾਂ ਇਵੈਂਟ ਹੈਗਾ ਹੁਣ ਤੁਹਾਡਾ ਇਹ, ਹੈ ਨਾ।
ਹਰੇਕ ਸਾਲ ਫੰਡ ਇਕੱਠਾ ਹੁੰਦਾ, ਪਹਿਲਾਂ ਹਜ਼ਾਰਾਂ ਦੇ ਵਿੱਚ, ਹੁਣ ਲੱਖਾਂ ਦੇ ਵਿੱਚ ਹੋ ਗਿਆ ਹਨ। ਇਹ ਜਿਹੜੇ ਫੰਡ 9 ਦੀ 9 ਜਿਹੜੇ ਪਹਿਲਾਂ 8 ਇਵੈਂਟ ਹੋਇਆ, ਉਹ ਸਾਰੇ ਦਾ ਸਾਰਾ ਪੀਲ ਚਿਲਡਰਨ ਏਡ ਦੇ ਬੱਚਿਆਂ ਨੂੰ ਗਿਆ ਜਾਂ ਹੋਰ ਸੰਸਥਾਵਾਂ ਦੀ ਤੁਸੀਂ ਕੋਈ ਹੈਲਪ ਕਰਦੇ ਹੋ? ਸ਼ੁਰੂ ਦੇ ਵਿੱਚ ਅਸੀਂ ਜਿਹੜੇ ਇੱਕ ਦੋ ਵਾਰੀ ਅਸੀਂ ਜਿਹੜੇ ਸੇਵਾ ਫੂਡ ਵਾਲੇ ਨੇ ਉਹਨਾਂ ਨੂੰ ਦਿੱਤਾ ਸੀ। ਇੱਕ ਵਾਰੀ ਅਸੀਂ ਦਿੱਤਾ ਸੀਗਾ ਜਿਹੜੇ ਹਿਊਮੈਨਿਟੀ ਫਰਸਟ ਵਾਲਿਆਂ ਨੂੰ ਥੋੜਾ ਜਿਹਾ। ਉਸ ਤੋਂ ਬਾਅਦ ਅਸੀਂ 100% ਇਹਨਾਂ ਨੂੰ ਦੇ ਰਹੇ ਹਾਂ। ਹਾਂਜੀ, ਕਿਉਂਕਿ ਉਹਨਾਂ ਦੇ ਕੋਲ ਕਾਫੀ ਫੰਡ ਇਕੱਠੇ ਹੋ ਜਾਂਦੇ ਹੁੰਦੇ ਸੀਗੇ। ਅਸੀਂ ਕਿਉਂਕਿ ਤੁਸੀਂ ਜਦੋਂ ਇਹਨਾਂ ਚੀਜ਼ਾਂ ਦੇ ਵਿੱਚ ਵੜਦੇ ਹੋ, ਤੁਸੀਂ ਵੇਖਦੇ ਹੋ, ਹੈ ਨਾ, ਤੇ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਹਾਂ ਨਹੀਂ ਅਸੀਂ ਇਹਨੂੰ ਹੀ ਜ਼ਿਆਦਾ ਫੋਕਸ ਕਰਨਾ ਹੈ ਨਾ। ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਪਹਿਲੇ ਕੁਝ 3-4 ਸਾਲਾਂ 'ਤੇ ਸਾਨੂੰ ਪਤਾ ਹੀ ਨਹੀਂ ਸੀ ਕਰਨਾ ਕੀ ਹੈ। ਇੱਕ ਸੋਚ ਸੀ, ਇੱਕ ਜਜ਼ਬਾ ਸੀ, ਇੱਕ ਪਿਆਰ ਸੀਗਾ, ਇੱਕ ਹਿੰਮਤ ਸੀਗੀ, ਪਰ ਨੌਲੇਜ ਬਿਲਕੁਲ ਨਹੀਂ ਸੀ। ਉਹ ਹੌਲੀ ਹੌਲੀ ਆਪਾਂ ਸਿੱਖਦੇ ਰਹਿੰਦੇ ਹਾਂ। ਬਿਲਕੁਲ। ਹਾਂਜੀ, ਜਿਵੇਂ ਮੈਂ ਪਹਿਲਾਂ ਹੀ ਗੱਲ ਕੀਤੀ ਕਿ ਬਹੁਤ ਸਾਰੀਆਂ ਸੰਸਥਾਵਾਂ ਨੇ, ਉਹ ਵੱਖ-ਵੱਖ ਜਿਹੜੀਆਂ ਅੱਗੇ ਲੋੜਵੰਦ ਸੰਸਥਾਵਾਂ ਹੈਗੀਆਂ ਉਹਨਾਂ ਦੀ ਹੈਲਪ ਕਰਦੇ ਆ। ਲੋੜਵੰਦ ਜਿਵੇਂ ਤੁਸੀਂ ਇਹ ਪੀਲ ਚਿਲਡਰਨ ਏਡ ਦੇ ਜਿਹੜੇ ਬੱਚੇ ਹੈਗੇ ਆ ਉਹਨਾਂ ਨੂੰ ਦਿੰਦੇ ਹੈਗੇ ਹੋ। ਅੱਛਾ, ਇਹ ਜਿਹੜੀ ਤੁਹਾਡੀ ਰਾਈਡ ਹੁੰਦੀ ਹੈ, ਇਹ ਕਿੱਥੇ ਇਹਦਾ ਏਰੀਆ ਕੀ ਹੁੰਦਾ, ਕਿੱਥੋਂ ਸਟਾਰਟ ਕਰਕੇ ਕਿੱਥੇ ਤੱਕ ਜਾਂਦੇ ਹੈਗੇ ਹੋ, ਕਿੰਨੇ ਕਿਲੋਮੀਟਰ ਦੀ ਹੁੰਦੀ ਹੈ? ਪਹਿਲੀਆਂ ਜਿਹੜੇ ਸਾਡੀਆਂ ਪਹਿਲੀਆਂ 2015 ਤੋਂ ਲੈ ਕੇ 19 ਤੱਕ ਦੀਆਂ ਰਾਈਡ ਸੀਗੀਆਂ, ਉਹ ਆਪਾਂ ਸੌਕਰ ਸੈਂਟਰ ਤੋਂ ਸ਼ੁਰੂ ਕਰਦੇ ਸੀ। ਉਹ ਬੜਾ ਅੱਛਾ ਸਪੌਟ ਸੀਗਾ ਕਿ ਬਾਰੋਂ ਵਾਰ ਨਾਰਥ ਨੂੰ ਨਿਕਲ ਜਾਂਦੇ ਸੀ, ਕਿਉਂਕਿ ਸਾਰੇ ਰਾਈਡਰਸ ਨੂੰ ਪਤਾ ਹੀ ਕਿ ਨਾਰਥ ਨੂੰ ਜਾਂਦੇ ਨੇ ਉਹ। ਇੱਧਰ ਬੜੇ ਅੱਛੇ ਸੀਨਿਕ ਹੈਗੇ ਨੇ ਕਿ ਲਾਈਟਾਂ ਨਹੀਂ ਪੈਂਦੀਆਂ, ਛੋਟੀਆਂ ਸੜਕਾਂ 'ਤੇ ਘੁੰਮਦੇ ਰਹਿੰਦੇ ਨੇ। ਪਰ ਪਿਛਲੇ ਸਾਲ ਕੋਵਿਡ ਕਰਕੇ ਸੌਕਰ ਸੈਂਟਰ ਵਾਲਿਆਂ ਨੇ ਉਹਨਾਂ ਨੇ ਸਾਰੇ ਕੈਂਸਲ ਕਰਤੇ। ਪਰ ਅਸੀਂ ਸੋਚਿਆ ਕਿ ਨਹੀਂ, ਅਸੀਂ ਜ਼ਰੂਰ ਕਰਾਂਗੇ ਕੁਛ ਨਾ ਕੁਛ, ਭਾਵੇਂ ਸਾਡੇ ਤੋਂ ਥੋੜਾ ਹੀ ਹੋਵੇ, ਹੈ ਨਾ। ਸੋ ਉਦੋਂ ਸਾਡੀ ਚੰਗੀ ਕਿਸਮਤ ਸੀਗੀ ਕਿ ਪੀਲ ਚਿਲਡਰਨ ਏਡ ਦੀ ਨਵੀਂ ਬਿਲਡਿੰਗ ਬਣ ਕੇ ਤਿਆਰ ਹੋ ਗਈ। ਸਾਨੂੰ ਸਿਰਫ ਪਾਰਕਿੰਗ ਲੋਟ ਤੇ ਬਾਥਰੂਮਸ ਚਾਹੀਦੇ ਹੁੰਦੇ ਨੇ, ਬਾਕੀ ਅਸੀਂ ਟੈਂਟ ਲਗਾ ਲਏ ਸੀਗੇ, ਹੈ ਨਾ। ਸੋ ਪਿਛਲੀ ਰਾਈਡ ਅਸੀਂ ਉਹਨਾਂ ਦੀ ਬਿਲਡਿੰਗ ਤੋਂ ਸ਼ੁਰੂ ਕੀਤੀ। ਉਹਦੇ ਨਾਲ ਅਸੀਂ ਫੀਲ ਕੀਤਾ ਕਿ ਲੋਕੀ ਜ਼ਿਆਦਾ ਜੁੜੇ। ਉਹਨਾਂ ਨੇ ਦੇਖਿਆ ਕਿ ਹਾਂ ਇਸ ਆਰਗੇਨਾਈਜੇਸ਼ਨ ਨੂੰ ਪੈਸੇ ਜਾ ਰਹੇ ਨੇ ਉਹਨਾਂ ਦੇ, ਕਿਉਂਕਿ ਪਹਿਲਾਂ ਸੌਕਰ ਸੈਂਟਰ 'ਚੋਂ 2-3 ਜਣੇ ਆਉਂਦੇ ਸੀਗੇ, ਘੱਟ ਦਿਸਦੇ ਸੀ, ਉਦੋਂ ਨੂੰ 10-12 ਜਣੇ ਸੀਗੇ, ਹੈ ਨਾ। ਸੋ ਅਸੀਂ ਇਹਨੂੰ ਬੜਾ ਸੋਚਿਆ ਵੀ ਪੋਜ਼ਿਟਿਵਲੀ ਵੀ ਆਪਾਂ ਇੱਥੋਂ ਹੀ ਕਰਿਆ ਕਰੀਏ। ਇੱਕ ਤਾਂ ਪੈਸੇ ਬਚਦੇ ਨੇ ਜੀ, ਉੱਥੇ ਸਾਨੂੰ ਕਿਰਾਇਆ ਦੇਣਾ ਪੈਂਦਾ ਸੀਗਾ, ਹੈ ਨਾ। ਸੋ ਵੀ ਸੇਵਡ ਮਨੀ, ਉਹ ਵੀ ਉਹਨਾਂ ਬੱਚਿਆਂ ਨੂੰ ਚਲੇ ਗਏ, ਹੈ ਨਾ। ਸੋ ਇਹ ਸਾਡਾ ਦੂਸਰਾ ਸਾਲ ਹੈ ਕਿ ਅਸੀਂ ਜਿਹੜੀ ਪੀਲ ਚਿਲਡਰਨ ਏਡ ਵਾਲਿਆਂ ਦੀ ਬਿਲਡਿੰਗ ਹੈਗੀ ਹੈ ਬ੍ਰੈਂਡ ਨਿਊ, ਉਹਨਾਂ ਦੀ ਪਾਰਕਿੰਗ ਲੋਟ ਤੋਂ ਸ਼ੁਰੂ ਕਰਾਂਗੇ। 1.5 ਘੰਟੇ ਦੀ ਰਾਈਡ ਹੁੰਦੀ ਹੈ। ਉਹਦਾ ਮੇਰਾ ਜਿਹੜਾ ਬ੍ਰਦਰ ਹੈਗਾ ਤੇਜ, ਉਹ 2-3 ਵਾਰੀ ਜਾ ਕੇ ਚੈੱਕ ਕਰਦਾ ਕਿ ਕੋਈ ਸੜਕ ਤੇ ਨਹੀਂ ਖਰਾਬ ਜਾਂ ਬੰਦ ਤੇ ਨਹੀਂ ਰਹੀ। ਸੋ ਉਹ ਸਾਰਿਆਂ ਨੂੰ ਰੂਟ ਦਿੱਤਾ ਜਾਂਦਾ ਹੈ, ਸਾਰੇ ਉਸ ਰੂਟ ਤੇ ਜਾ ਕੇ ਰਾਈਡ ਕਰਕੇ ਵਾਪਸ ਆਉਂਦੇ ਨੇ ਜੀ। ਅੱਛਾ, ਇਹਦੇ ਕੋਈ ਤੁਹਾਡੇ ਮੈਂਬਰਾਂ ਦੀ ਗਿਣਤੀ ਵੀ ਹੈਗੀ ਹੈਗੀ ਵੀ ਅਸੀਂ ਜਾਂ ਤੁਹਾਡੀ ਪੱਕੀ ਕੋਈ ਮੈਂਬਰਸ਼ਿਪ ਹੈਗੀ ਹੈ ਕਿ ਇੰਨੇ ਜਾਣੇ ਹੀ ਉਹ ਰਾਈਡ ਕਰਦੇ ਆ, ਜਾਂ ਕੋਈ ਵੀ ਉਸ ਰਾਈਡ ਦਾ ਹਿੱਸਾ ਬਣ ਸਕਦਾ? ਨਹੀਂ ਜੀ, ਸਾਡੀ ਕੋਈ ਮੈਂਬਰਸ਼ਿਪ ਨਹੀਂ ਹੈਗੀ। ਤਾਂ ਅਸੀਂ ਤੇ ਚਾਹੁੰਦੇ ਹਾਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਣੀ ਕਿ ਓਪਨ ਸੱਦਾ ਹੁੰਦਾ ਕੋਈ ਵੀ, ਕਿਉਂਕਿ ਹੁਣ ਤਾਂ ਜਿਹੜੇ ਆਪਣੀ ਕਮਿਊਨਿਟੀ ਦੇ ਖਾਸ ਕਰਕੇ ਜਦੋਂ ਤੋਂ ਸਾਨੂੰ ਹੈਲਮਟ ਪਾਉਣ ਤੋਂ ਨਿਜਾਤ ਮਿਲੀ ਹੈ ਨਾ, ਪੱਗ ਬੰਨ੍ਹ ਕੇ, ਤੇ ਸਾਡੇ ਬਹੁਤ ਸਾਰੇ ਜਿਹੜੇ ਨੌਜਵਾਨ ਆ ਜਿਹੜੇ ਮੋਟਰਸਾਈਕਲ ਚਲਾਉਣਾ ਚਾਹੁੰਦੇ ਆ, ਇੰਡੀਆ 'ਚ ਚਲਾਉਂਦੇ ਹੁੰਦੇ ਸੀਗੇ, ਇੱਥੇ ਆ ਕੇ ਵੀ ਉਹਨਾਂ ਦਾ ਜਨੂਨ ਸੀਗਾ, ਉਹਨਾਂ ਨੇ ਮੋਟਰਸਾਈਕਲ ਲਿਆ। ਸੋ ਸਾਰਿਆਂ ਨੂੰ ਖੁੱਲਾ ਓਪਨ ਸੱਦਾ ਵੀ ਜਿੰਨੇ ਮਰਜ਼ੀ ਉਹ ਆ ਸਕਦੇ। ਹਾਂਜੀ, ਤੁਸੀਂ ਦੇयर इज नो ਲਿਮਿਟ, ਕਿੰਨੇ ਵੀ ਜਣੇ ਆ ਸਕਦੇ ਨੇ। ਅਸੀਂ ਸਿੱਕਿਟ ਦੀ ਪਿਛਲੀ ਰਾਈਡ ਤੇ ਗਏ ਸੀ, ਉੱਥੇ 590 ਰਾਈਡਰ ਸੀਗੇ। ਇੰਨਾ ਅੱਛਾ ਮਾਹੌਲ ਸੀ। ਉਹ ਸਿੱਖ ਕਿਡਸ ਦੀ ਰਾਈਡ ਸੀਗੀ, ਤੇ ਉਹਦੇ ਵਿੱਚ ਜਿਵੇਂ ਅਸੀਂ ਸਿੱਖ ਮੋਟਰਸਾਈਕਲ ਕਲੱਬ ਦੇ ਨਾਲ ਗਏ ਸੀਗੇ, ਤੇ ਦਸਤਾਰਾਂ ਬੰਨੀਆਂ ਹੋਣ ਕਰਕੇ ਯੈਲੋ ਦੂਰੋਂ ਚਮਕ ਰਹੇ ਸੀ। ਔਰ ਉਹਨਾਂ ਦਾ ਜਿਹੜਾ ਫਾਈਨਲ ਇਵੈਂਟ ਦੀਆਂ 550 ਪਿਕਚਰਸ ਆਈਆਂ 590 ਰਾਈਡਰਸ ਦੀਆਂ, ਉਹਦੇ ਵਿੱਚੋਂ ਮੈਨੂੰ ਲੱਗਦਾ 50 ਜਾਂ 100 ਇਹਨਾਂ ਦੀਆਂ ਸੀਗੀਆਂ, ਬਿਕੋਜ਼ ਦੇ ਲੁੱਕ ਡਿਫਰੈਂਟ, ਹੈ ਨਾ। ਸੋ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਹੁਣ ਆਪਣੇ ਜਿਹੜੇ ਦਸਤਾਰਧਾਰੀ ਸਿੱਖ ਨੇ ਉਹ ਪੱਗ ਬੰਨ੍ਹ ਕੇ ਹੈਲਮਟ ਤੋਂ ਬਗੈਰ ਰਾਈਡ ਕਰ ਸਕਦੇ ਨੇ। ਸੋ ਸਾਡਾ ਸਾਰਿਆਂ ਨੂੰ ਸੱਦਾ ਹੈ ਕਿ ਤੁਸੀਂ ਇੱਕ ਇਹ ਮੈਮੋਰੀਅਲ ਰਾਈਡ ਹੈਗੀ ਹੈ। ਮੈਮੋਰੀਅਲ ਰਾਈਡ ਜਿਵੇਂ ਗੋਰੇ ਇਸ ਨੂੰ ਮੰਨਦੇ ਨੇ ਕਿ ਜਦੋਂ ਕੋਈ ਮੋਟਰਸਾਈਕਲ ਚਲਾਉਂਦਾ ਹੋਇਆ ਐਕਸੀਡੈਂਟ 'ਚ ਚਲਾ ਜਾਂਦਾ ਹੈ, ਸੋ ਉਹ ਹਰ ਸਾਲ ਉਹਦੀ ਰਾਈਡ ਉਸ ਵੱਲ ਉਹਦੀ ਯਾਦ ਦੇ ਵਿੱਚ ਰਾਈਡ ਕਰਦੇ ਨੇ। ਸੋ ਇਹ
ਇਹ ਰਾਜੇ ਦੀ ਯਾਦ ਬਿਕੋਜ਼ ਹੀ ਲੋਸਟ ਹਿਸ ਲਾਈਫ ਇਨ ਅ ਮੋਟਰਸਾਈਕਲ ਐਕਸੀਡੈਂਟ, ਸੋ ਇਟਸ ਅ ਮੈਮੋਰੀਅਲ ਰਾਈਡ। ਸੋ ਜਿਹੜੇ ਰਾਈਡਰਸ ਨੇ ਉਹ ਇੱਕ ਉਹਨੂੰ ਯਾਦ ਕਰਦੇ ਨੇ, ਅਸੀਂ ਸਾਰਿਆਂ ਨੂੰ ਯਾਦ ਕਰਾਉਂਦੇ ਹਾਂ ਕਿ ਸੇਫਲੀ ਰਾਈਡ ਕਰੋ। ਜਦੋਂ ਉਹਨਾਂ ਨੂੰ ਯਾਦ ਹੁੰਦਾ ਕਿ ਵੀ ਸਾਡੇ ਪਿੱਛੇ ਕੋਈ ਫੈਮਿਲੀ, ਜਿਵੇਂ ਇਹ ਫੈਮਿਲੀ ਅੱਜ ਤੱਕ ਉਹਨੂੰ ਯਾਦ ਕਰਦੀ ਹੈ ਵੀ ਅਸੀਂ ਵੀ ਧਿਆਨ ਨਾਲ ਚਲਾਈਏ, ਸਾਡੀਆਂ ਫੈਮਲੀਆਂ ਐਵੇਂ ਯਾਦ ਕਰਦੀਆਂ ਨੇ, ਹੈ ਨਾ। ਸੋ ਇੱਕ ਤੁਹਾਡੇ ਦਿਮਾਗ 'ਚ ਦੁਬਾਰੇ ਆ ਜਾਂਦਾ ਹੈ ਖਿਆਲ ਵੀ ਨਹੀਂ, ਅਸੀਂ ਘਰ ਰਾਈਡ ਕਰਕੇ ਵਾਪਸ ਜਾਣਾ ਹੈਗਾ। ਅੱਛਾ, ਕਦੋਂ ਕਿੰਨੀ ਤਰੀਕ ਨੂੰ ਹੋ ਰਹੀ ਹੈ, ਕਿਹੜੇ ਦਿਨ ਹੋ ਰਹੀ ਹੈ, ਤੇ ਟਾਈਮਿੰਗ ਕੀ ਹੋਊਗੀ? ਹਾਂਜੀ, ਇਹ ਹੀ 29 ਅਗਸਤ ਅਗਲੇ ਸੰਡੇ ਵਾਲੇ ਦਿਨ 9 ਵਜੇ ਅਸੀਂ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੰਦੇ ਹਾਂ। ਜਦੋਂ ਰਜਿਸਟ੍ਰੇਸ਼ਨ ਸ਼ੁਰੂ ਹੁੰਦੀ ਹੈ ਨਾਲ ਦੀ ਨਾਲ ਬ੍ਰੈਕਫਾਸਟ ਅਸੀਂ ਸਰਵ ਕਰਦੇ ਹਾਂ। ਮੇਰੇ ਮੰਮਾ ਆਪ ਪਕੌੜੇ ਤਿਆਰ ਕਰਦੇ ਨੇ, ਤੁਸੀਂ ਖਾਦੇ ਵੀ ਹੋਏ ਨੇ, ਹੈ ਨਾ। ਤੇ ਵੇਸਨ ਬਣਾਉਂਦੇ ਨੇ ਤੇ ਫਿਰ ਅਸੀਂ ਬ੍ਰੈਕਫਾਸਟ ਨਾਲ ਦੀ ਨਾਲ ਦਿੰਦੇ ਹਾਂ। ਫਿਰ ਸਾਡੀ ਇੱਕ ਬੜੀ ਪਿਆਰੀ ਸੈਰੇਮਨੀ ਹੁੰਦੀ ਹੈ ਜਿਹਨੂੰ ਅਸੀਂ ਫਲੈਗਿੰਗ ਆਫ ਸੈਰੇਮਨੀ ਕਹਿੰਦੇ ਹਾਂ। ਸਾਰਿਆਂ ਨੇ ਝੰਡੀਆਂ ਫੜੀਆਂ ਹੁੰਦੀਆਂ ਨੇ, ਅਸੀਂ ਬੜੇ ਪਿਆਰ ਨਾਲ ਉਹਨਾਂ ਨੂੰ ਤੋਰਦੇ ਹਾਂ। ਉਸ ਵੇਲੇ ਐਂ ਹੀ ਲੱਗਦਾ ਹੈ ਕਿ ਰਾਜਾ ਵੀ ਇੱਥੇ ਹੀ ਹੈ। ਔਰ ਜਿੰਨੇ ਬਾਈਕਰਸ ਮੋਟਰਸਾਈਕਲਸ 'ਤੇ ਬਹਿ ਕੇ ਬਾਹਰ ਨੂੰ ਜਾਂਦੇ ਨੇ, ਸਾਡੇ ਪਰਿਵਾਰ ਨੂੰ ਇਹੀ ਲੱਗਦਾ ਹੈ ਕਿ ਜਿਵੇਂ ਇੰਨੇ ਰਾਜੇ ਨਿਕਲ ਗਏ ਨੇ, ਹੈ ਨਾ। ਸੋ ਅਸੀਂ ਉਹਨਾਂ ਨੂੰ ਦੁਆਵਾਂ ਦਿੰਦੇ ਹਾਂ, ਆਸ਼ੀਰਵਾਦ ਦਿੰਦੇ ਹਾਂ ਕਿ ਤੁਸੀਂ ਹੱਸਦੇ ਖੇਡਦੇ ਜਾਓ, ਹੱਸਦੇ ਖੇਡਦੇ ਵਾਪਸ ਆਓ। ਇੱਕ ਬੜਾ ਹੀ ਪਿਆਰਾ ਮਾਹੌਲ ਹੁੰਦਾ। ਮੈਨੂੰ ਐਂ ਲੱਗਦਾ ਹੁੰਦਾ ਕਿ ਪੂਰਾ ਸਾਲ ਮੈਂ ਉਸ ਮੂਮੈਂਟ ਦੀ ਵੇਟ ਕਰਦੀ ਰਹਿੰਦੀ ਹਾਂ। ਸਾਡਾ ਸਾਰੀ ਫੈਮਿਲੀ ਉਸ ਮੂਮੈਂਟ ਦੀ ਵੇਟ ਕਰਦੇ ਨੇ। ਇਟਸ ਲਾਈਕ ਆਰ ਫਲੈਗਿੰਗ ਆਫ ਸੈਰੇਮਨੀ। ਸੋ 10:30 ਵਜੇ ਰਾਈਡ ਤੁਰਦੀ ਹੈ। ਸੋ 1.5 ਘੰਟੇ ਬਾਅਦ ਉਹ ਵਾਪਸ ਆ ਜਾਂਦੇ ਨੇ। ਪਿੱਛੋਂ ਸਾਡੇ ਜਿਵੇਂ ਕਮਿਊਨਿਟੀ ਦੇ ਮੈਂਬਰਸ ਜਾਂ ਜਿਹੜੇ ਸਪੋਂਸਰਸ ਆਉਂਦੇ ਰਹਿੰਦੇ ਨੇ ਜਾਂ ਹੋਰ ਡੋਨੇਸ਼ਨਸ ਦੇਣ ਵਾਲੇ ਆਉਂਦੇ ਰਹਿੰਦੇ ਨੇ। ਫਿਰ ਜਦੋਂ ਵਾਪਸ ਆਉਂਦੇ ਨੇ ਅਸੀਂ ਲੰਚ ਕਰਦੇ ਹਾਂ ਅਤੇ ਫਿਰ ਵਿਦਿਆ ਕਰਦੇ ਹਾਂ ਸਾਰਿਆਂ ਨੂੰ। ਹਾਂਜੀ। ਸੋ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਸਾਡੇ ਪ੍ਰੋਗਰਾਮ ਦੇਖ ਰਹੇ ਨੇ, ਬਹੁਤ ਸਾਰੇ ਲੋਕ ਨਹੀਂ ਆ ਸਕਦੇ ਰਾਈਡ ਦੇ, ਉਹ ਇਹਦਾ ਹਿੱਸਾ ਵੀ ਬਣਨਾ ਚਾਹੁੰਦੇ ਨੇ। ਤੁਸੀਂ ਕਿਸ ਤਰ੍ਹਾਂ ਸਮਝਦੇ ਹੋ ਕਿ ਇਸ ਨੋਬਲ ਕਾਜ਼ ਦੇ ਲਈ ਉਹ ਹਿੱਸਾ ਕਿਵੇਂ ਬਣ ਸਕਦੇ ਨੇ? ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹ ਗੱਲ ਦੱਸਦੇ ਹਾਂ। ਜਦੋਂ ਅਸੀਂ ਸਿੱਖ ਕਿਡਸ ਦੀ ਰਾਈਡ 'ਤੇ ਗਏ ਨਾ, ਤੁਸੀਂ ਹਮੇਸ਼ਾ ਲਰਨ ਕਰਦੇ ਰਹਿੰਦੇ ਹੋ। ਮੈਂ ਇਹਦਾ ਨਾਂ ਦੁਬਾਰਾ ਤਾਂ ਲੈ ਰਹੀ ਹਾਂ ਕਿਉਂਕਿ ਅਸੀਂ ਇਹ ਤੋਂ ਬਹੁਤ ਲਰਨ ਕੀਤਾ। ਇਹਦੇ ਜਿਹੜੇ ਸੰਚਾਲਕ ਨੇ, ਜਿਨ੍ਹਾਂ ਨੇ ਸ਼ੁਰੂ ਕੀਤਾ, ਸ਼ੀ ਇਜ਼ ਅ ਵੂਮਨ 49 ਈਅਰਸ ਓਲਡ, ਨੈਲਾ ਫਿਗਸ, ਹੈ ਨਾ। ਮੈਨੂੰ ਬੜੀ ਹੈਰਾਨੀ ਹੋਈ, ਮੈਂ ਗਈ ਉੱਥੇ, ਮੈਂ ਸਾਰਾ ਦਿਨ ਉਹਨਾਂ ਨੂੰ ਵਾਚ ਕਰਦੀ ਰਹੀ। ਇੰਨੀ ਐਨਰਜੀ, ਇੰਨਾ ਜਜ਼ਬਾ, ਇੰਨੇ ਇਮੋਸ਼ਨਸ, ਐਂਡ ਦੇ ਵਰ 590 ਰਾਈਡਰਸ ਐਂਡ ਸ਼ੀ ਵਾਜ਼ ਦ ਫਸਟ ਵਨ ਟੂ ਗੋ ਔਨ ਬਾਈਕ, ਹੈ ਨਾ। ਅਤੇ ਉਹਨਾਂ ਨੇ ਸੋਚਿਆ ਹੋਇਆ ਕਿ $1 ਮਿਲੀਅਨ ਉਹਨਾਂ ਨੇ ਇਕੱਠਾ ਕਰਕੇ ਦੇਣਾ, ਹੈ ਨਾ। ਸੋ ਮੈਂ ਉਹਨਾਂ ਨੂੰ ਆ ਕੇ ਮੈਸੇਜ ਭੇਜਿਆ ਵੀ ਮੈਂ ਤੁਹਾਨੂੰ ਵਾਚ ਕਰਦੀ ਰਹੀ, ਵੀ ਅਸੀਂ ਵੀ ਐਂ ਰਾਈਡ ਕਰਦੇ ਹਾਂ। ਉਹਨਾਂ ਨੇ ਕਿਹਾ ਤੁਸੀਂ ਮੈਨੂੰ ਕਿਉਂ ਨਹੀਂ ਆ ਕੇ ਮਿਲੇ, ਆਈ ਵੁੱਡ ਹੈਵ ਅਨਾਊਂਸਡ ਇਟ। ਪਰ ਕਿਉਂਕਿ ਅਸੀਂ ਜਦੋਂ ਰਾਈਡ ਕਰਦੇ ਹਾਂ ਉਸ ਦਿਨ ਮੈਨੂੰ ਪਤਾ ਹੈ ਕਿ ਮੇਰੇ ਦਿਮਾਗ 'ਤੇ ਕਿੰਨਾ ਕੁਛ ਹੁੰਦਾ ਹੈ ਅਤੇ ਕੋਈ ਆਪਣੀ ਆ ਕੇ, ਬੇਸ਼ੱਕ ਉਹਦੇ ਲਈ ਬੜੀ ਇੰਪੋਰਟੈਂਟ ਗੱਲ ਹੁੰਦੀ ਹੈ, ਪਰ ਉਸ ਵੇਲੇ ਕਈ ਵਾਰੀ ਆਪਾਂ ਨੂੰ ਲੱਗਦਾ ਕਿ ਨਹੀਂ ਮੈਂ ਤਾਂ ਆ ਕੁਛ ਕਰਨਾ ਸੀ। ਸੋ ਮੈਂ ਕਿਹਾ ਨਹੀਂ, ਮੈਨੂੰ ਪਤਾ ਹੈ ਕਿ ਤੁਹਾਡੇ ਲਈ ਬੜਾ ਇੰਪੋਰਟੈਂਟ ਬਿਜ਼ੀ ਦਿਨ ਸੀ, ਮੈਂ ਆਪਣੀ ਕਹਾਣੀ ਨਹੀਂ ਸੀ ਛੇੜਨਾ ਚਾਹੁੰਦੀ, ਬਟ ਮੈਂ ਤੁਹਾਡੇ ਤੋਂ ਲਰਨ ਕਰਨਾ ਚਾਹੁੰਦੀ ਹਾਂ। ਸੋ ਉਹਨਾਂ ਨੇ, ਸਿੱਖ ਕਿਡਸ ਨੇ ਉਹਨਾਂ ਨੂੰ ਇੱਕ ਪੇਜ ਬਣਾ ਕੇ ਦਿੱਤਾ ਹੋਇਆ, ਉੱਤੇ ਉਹਨਾਂ ਦਾ ਲਿੰਕ ਆਉਂਦਾ ਹੈ। ਸੋ ਅਸੀਂ ਉਹ ਚੀਜ਼ਾਂ ਜਾ ਕੇ ਪੇਲ ਚਿਲਡਰਨ ਏਡ ਵਾਲਿਆਂ ਨੂੰ ਕਹੀਆਂ। ਅਸੀਂ ਕਿਹਾ ਕਿ ਤੁਸੀਂ ਕਿਉਂਕਿ ਜਿੰਨੇ ਵੀ ਪੈਸੇ ਆਉਂਦੇ ਨੇ ਨਾ ਚਮਕੌਰ, ਅਸੀਂ ਚੈੱਕ ਬਣਾ ਕੇ ਪੀਲ ਚਿਲਡਰਨ ਏਡ ਦੇ ਨਾਂ ਦਾ ਉਹਨਾਂ ਨੂੰ ਦੇ ਦਿੰਦੇ ਹਾਂ। ਉਹ ਉਹਨਾਂ ਨੂੰ ਰਸੀਦਾਂ ਦਿੰਦੇ ਨੇ, ਉਹਨਾਂ ਨੂੰ ਟੈਕਸ ਬੈਨੀਫਿਟ ਮਿਲਦਾ, ਪਰ ਉਹਦੇ ਨਾਲ ਸਾਡਾ ਕੰਮ ਕਾਫੀ ਵੱਧ ਜਾਂਦਾ ਹੈਗਾ, ਹੈ ਨਾ। ਕਈ ਪਿਛਲੀ ਵਾਰੀ ਜਦੋਂ ਸਾਡੇ ਵੋਲੰਟੀਅਰਸ ਕੰਮ ਕਰਦੇ ਉਹਨਾਂ ਨੂੰ ਜਾਂਚ ਨਹੀਂ ਹੁੰਦੀ ਹੈਗੀ, ਉਹ ਕੋਈ ਇੱਥੇ ਲਿਖ ਜਾਂਦਾ, ਕੋਈ ਉੱਥੇ ਲਿਖ ਜਾਂਦਾ, ਉਹ ਮੇਰੇ ਹੱਥ 10-15 ਕਾਗਜ਼ ਆ ਜਾਂਦੇ ਨੇ, ਮੈਂ ਉਹ ਜੋੜਦੀ ਰਹਿੰਦੀ ਹਾਂ ਬਾਅਦ 'ਚ ਨਾ। ਅਤੇ ਫਿਰ ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਹੈਲਪ ਕਰਿਆ ਕਰੋ, ਵੀ ਤੁਸੀਂ ਤਾਂ ਟ੍ਰੇਨਡ ਹੋ। ਸੋ ਐਤਕੀ ਉਹ ਰਜਿਸਟ੍ਰੇਸ਼ਨ ਡੈਸਕ 'ਤੇ ਸਾਡੀ ਹੈਲਪ ਕਰਾਉਣਗੇ। ਉਹਨਾਂ ਨੇ ਸਾਨੂੰ ਲਾਈਵ ਲਿੰਕ ਬਣਾ ਕੇ ਦਿੱਤਾ ਸਿੱਖ ਕਿਡਸ ਵਾਲਿਆਂ ਨਾਲ। ਸੋ ਵੀ ਲਰਨ ਫਰੋਮ ਦੇਅਰ ਵੀ ਹਾਂ, ਇਹ ਉਹਨਾਂ ਲਈ ਕੋਈ ਗੱਲ ਨਹੀਂ ਹੈ ਕਿਉਂਕਿ ਫੰਡਸ ਉਹਨਾਂ ਨੂੰ ਜਾ ਰਹੇ ਨੇ, ਹੈ ਨਾ, ਪਰ ਸਾਡੇ ਲਈ ਇੰਨੀ ਉਹ ਹੋ ਗਈ। ਸੋ ਅਸੀਂ ਉਹ ਲਿੰਕ ਸਾਨੂੰ ਕੱਲ੍ਹ ਮਿਲਿਆ, ਅਸੀਂ ਉਹ ਲਾਈਵ ਸ਼ੇਅਰ ਕਰਾਂਗੇ, ਅਸੀਂ ਸਾਰਿਆਂ ਨੂੰ ਭੇਜਾਂਗੇ। ਕੋਈ ਘਰ ਬੈਠਾ 20, 50, 100, 200 ਜਿਵੇਂ ਆਪਾਂ ਨੂੰ ਸਾਰਿਆਂ ਦੇ ਆ ਜਾਂਦੇ ਨੇ। ਸੋ ਇਹ ਕਹਿੰਦੇ ਨੇ ਫੂਈ ਫੂਈ ਤਲਾ ਭਰਦਾ ਰਹਿੰਦਾ, ਹੈ ਨਾ। ਸੋ ਅਸੀਂ ਇੱਦਾਂ ਤੁਸੀਂ ਹੈਲਪ ਕਰ ਸਕਦੇ ਹੋ। ਤੁਸੀਂ ਸਾਨੂੰ ਫੋਨ ਕਰ ਸਕਦੇ ਹੋ, ਮੇਰਾ ਫੋਨ ਹੈਗਾ 9057838484। ਸਾਡਾ ਫੇਸਬੁੱਕ ਪੇਜ ਹੈਗਾ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ, ਤੁਸੀਂ ਉੱਥੇ ਮੈਸੇਜ ਛੱਡ ਸਕਦੇ ਹੋ। ਸਾਡਾ ਟਵਿੱਟਰ ਹੈਗਾ ਐਂਡ ਇੰਸਟਾਗ੍ਰਾਮ ਰਾਈਡ ਫॉर ਰਾਜਾ ਦੇ ਨਾਮ 'ਤੇ, ਹੈ ਨਾ। ਸਾਡੀ ਵੈਬਸਾਈਟ ਹੈਗੀ www
msccf.net ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਤੋਂ msccf.net ਤੁਸੀਂ ਉੱਥੇ ਮੈਸੇਜ ਛੱਡ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਤੁਸੀਂ ਤੁਹਾਡੇ ਕੋਲੋਂ ਫੋਨ ਕਰਕੇ ਮੇਰਾ ਨੰਬਰ ਲੈ ਸਕਦੇ ਨੇ। ਸੋ ਤੁਸੀਂ ਕਿੱਦਾਂ ਹੈਲਪ ਕਰ ਸਕਦੇ ਹੋ? ਤਨ ਮਨ ਤੇ ਧਨ ਦੇ ਨਾਲ ਤੁਸੀਂ ਆ ਕੇ ਵੋਲੰਟੀਅਰ ਕਰ ਸਕਦੇ ਹੋ। ਸਾਨੂੰ ਬੜਾ ਹੈਲਪ ਦੀ ਲੋੜ ਹੁੰਦੀ ਹੈ। ਤੁਸੀਂ ਮਨ ਦੇ ਨਾਲ ਸਾਨੂੰ ਸ਼ੁਭ ਇਛਾਵਾਂ ਦਿਓ, ਆਸ਼ੀਰਵਾਦ ਦੀ ਬੜੀ ਲੋੜ ਹੁੰਦੀ ਹੈ ਹੈ ਤੇ ਧਨ ਦੀ ਤਾਂ ਲੋੜ ਹੁੰਦੀ ਹੈ, ਕਿਉਂਕਿ ਬੱਚਿਆਂ ਨੂੰ ਤੇ ਅੱਗੇ ਆਪਣੀ ਜਿਹੜੀ ਆਪਾਂ ਜਿੰਨਾ ਇਕੱਠਾ ਕਰਦੇ ਆ ਉਹ ਫੰਡਸ ਹੀ ਜਾਣੇ ਹੁੰਦੇ ਨੇ, ਹੈ ਨਾ। ਹਾਂਜੀ, ਇੱਕ ਵਾਰੀ ਨਾ ਦੁਬਾਰੇ ਅਨਾਉਂਸ ਜਿਹੜੀ ਡੇਟ ਤੇ ਜਗ੍ਹਾ ਸਥਾਨ ਕਿਹੜਾ ਹੈ ਤੇ ਟਾਈਮ ਉਹ ਦੁਬਾਰੇ ਅਨਾਉਂਸ ਕਰ ਦਿਓ। ਉਸ ਤੋਂ ਬਾਅਦ ਫਿਰ ਆਪਣਾ ਸਮਾਂ ਵੀ ਲਗਭਗ ਸਮਾਪਤੀ ਹੈ। ਠੀਕ ਹੈ ਜੀ। ਸੋ ਇਹ ਜੀ ਸਾਡੀ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਦੀ 9th ਐਨੂਅਲ ਫੰਡਰੇਜ਼ਰ ਹੈਗਾ ਤੇ ਸਾਡੀ ਰਾਈਡ ਫॉर ਰਾਜਾ ਜਿਹੜੀ ਕਿ ਇਸ ਵੇਲੇ ਕਾਫੀ, ਮੈਂ ਜਦੋਂ ਵੀ ਬਾਹਰ ਜਾਂਦੀ ਹਾਂ ਮੈਨੂੰ ਇਸ ਨਾਂ ਤੋਂ ਜਾਣਿਆ ਜਾਣ ਲੱਗ ਗਿਆ ਹੈ ਨਾ। ਸੋ ਰਾਈਡ ਫॉर ਰਾਜਾ ਆਪਾਂ ਕਰਦੇ ਹਾਂ, ਰਾਜੇ ਦੀ ਯਾਦ ਦੇ ਵਿੱਚ ਆਪਾਂ ਇਹ ਰਾਈਡ ਕਰਦੇ ਹਾਂ। ਦ ਡੇ ਇਜ਼ ਸੰਡੇ August 29th ਤੇ 9 ਵਜੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਏਗੀ। ਬਾਈਕਰਸ ਆ ਕੇ ਰਜਿਸਟ੍ਰੇਸ਼ਨ ਕਰਾ ਸਕਦੇ ਨੇ ਕਿਉਂਕਿ ਇੱਕ ਵੇਵਰ ਉਹਨਾਂ ਨੇ ਸਾਈਨ ਕਰਨਾ ਹੁੰਦਾ ਹੈਗਾ। ਸੋ 10:30 ਵਜੇ ਅਸੀਂ ਸ਼ਾਰਪ ਰਾਈਡ ਤੋਰ ਦਿੰਦੇ ਹਾਂ ਤੇ 12 ਵਜੇ ਉਹ ਵਾਪਸ ਆਉਂਦੇ ਨੇ, ਫਿਰ ਆਪਾਂ ਲੰਚ ਕਰਦੇ ਹਾਂ। ਸੋ ਇਟ ਇਜ਼ ਐਟ 25 ਕੈਪਸਟਨ ਡਰਾਈਵ, ਜਿਹੜੀ ਕਿ ਪੀਲ ਚਿਲਡਰਨ ਏਡ ਦੀ ਬ੍ਰੈਂਡ ਨਿਊ ਬਿਲਡਿੰਗ ਹੈਗੀ ਹੈ। ਤੇ ਮੈਂ ਇੱਥੇ ਵੀ ਜ਼ਰੂਰ ਦੱਸਣਾ ਚਾਹਾਂਗੀ ਕਿਉਂਕਿ ਅਸੀਂ ਪੀਲ ਚਿਲਡਰਨ ਏਡ ਦੇ ਨਾਲ ਇੰਨੀ ਦੂਰ ਤੋਂ ਜੁੜੇ ਹੋਏ ਹਾਂ। ਇੱਕ ਤਾਂ ਉਹਨਾਂ ਨੇ ਨਵੀਂ ਬਿਲਡਿੰਗ ਦੇ ਵਿੱਚ ਵਾਲ ਬਣਾਈ ਹੈ, ਉਹਦੇ ਤੇ ਸਾਡੀ ਫਾਊਂਡੇਸ਼ਨ ਦਾ ਨਾਮ ਲਿਖਿਆ ਹੈ। ਇੱਕ ਉਹਨਾਂ ਨੇ ਬੜਾ ਹੀ ਸੋਹਣਾ ਲਰਨਿੰਗ ਰੂਮ ਜਿਹਨੂੰ ਕਹਿੰਦੇ ਨੇ, ਉਹਦੇ ਵਿੱਚ ਵੱਡੀ ਸਕਰੀਨ ਹੈ, ਕੰਪਿਊਟਰਸ ਲੱਗੇ ਹੋਏ ਨੇ ਬੱਚਿਆਂ ਲਈ, ਬੜਾ ਹੀ ਸੋਹਣਾ ਰੂਮ ਹੈਗਾ ਤੇ ਉਹਦਾ ਨਾਮ ਮਨਦੀਪ ਸਿੰਘ ਚੀਮਾ ਚੈਰੀਟੇਬਲ ਫਾਊਂਡੇਸ਼ਨ ਉਹਦੇ ਨਾਂ ਤੇ ਡੈਡੀਕੇਟ ਕੀਤਾ ਹੈ ਜੀ। ਤੇ ਸਾਨੂੰ ਜਿਹੜੀ ਪਰਿਵਾਰ ਇਹਦੇ ਚੋਂ ਕੀ ਲੱਭਦਾ ਹੈ, ਪਰਿਵਾਰ ਸਿਰਫ ਉਹਨੂੰ ਯਾਦ ਕਰਨਾ ਚਾਹੁੰਦਾ ਤੇ ਉਹ ਸੋਚਦਾ ਵੀ ਉਹਦਾ ਨਾਂ ਚੱਲਦਾ ਰਹੇ। ਤੇ ਜਦੋਂ ਐਵੇਂ ਪਿਛਲੇ ਤੋਂ ਪਿਛਲੇ ਸਾਲ ਪੈਟਰਿਕ ਬਰਾਊਨ ਮੇਅਰ ਨੇ ਉਹਨਾਂ ਨੇ ਸਟਰੀਟ ਅਨਾਊਂਸ ਕਰ ਦਿੱਤੀ, ਐਤਕੀ ਰੂਮ ਉਹਨਾਂ ਨੇ ਬਣਾ ਦਿੱਤਾ ਤੇ ਸਾਰੇ ਇੰਨੇ ਪਿਆਰ ਨਾਲ ਉਹਨੂੰ ਯਾਦ ਕਰਦੇ ਨੇ ਅਸੀਂ। ਤੇ ਇਸ ਕਰਕੇ ਬਹੁਤ ਰਿਣੀ ਆ ਸਾਰੀ ਕਮਿਊਨਿਟੀ ਦੇ, ਸਪਾਂਸਰਸ ਦੇ, ਆਪਣੇ ਰਾਈਡਰਸ ਦੇ, ਵੋਲੰਟੀਅਰਸ ਦੇ, ਸਾਰੇ ਜਣਿਆਂ ਦੇ ਅਸੀਂ ਇੰਨੇ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਕਿ ਸਾਡਾ ਇੱਕ ਛੋਟੀ ਜਿਹੀ ਇੱਕ ਸੋਚ ਸੀ, ਇੱਕ ਜਜ਼ਬਾ ਸੀ, ਉਹਨੂੰ ਇੰਨਾ ਸੋਹਣਾ ਰੂਪ ਦਿੱਤਾ ਹੈ। ਕਿਉਂਕਿ ਇਕੱਲਾ ਕੋਈ ਸਮਰੱਥ ਨਹੀਂ ਹੁੰਦਾ। ਯੂ ਨੀਡ like so much energy, so much power, so much manpower to do something like this। ਤੇ ਤੁਸੀਂ ਤੇ ਹਰ ਸਾਲ ਦੇਖਦੇ ਹੀ ਹੋ ਕਿ ਕਿੰਨੇ ਪਿਆਰ ਨਾਲ, ਮਤਲਬ ਜਦੋਂ ਅਸੀਂ ਜੂਨ ਦਾ ਮਹੀਨਾ ਆਉਂਦਾ ਪਹਿਲਾਂ ਹੀ ਫੋਨ ਆਉਣ ਲੱਗ ਜਾਂਦੇ ਨੇ, ਭੈਣ ਜੀ ਰਾਈਡ ਕਦੋਂ ਹੈ, ਭੈਣ ਜੀ ਰਾਈਡ ਕਦੋਂ ਹੈ। ਸੋ ਜੇ ਤੁਸੀਂ ਇੰਨਾ ਪਿਆਰ ਦਿੰਦੇ ਹੋ, ਅਸੀਂ ਇੰਨੇ ਹੰਬਲ ਤੇ ਸ਼ੁਕਰਗੁਜ਼ਾਰ ਹੁੰਦੇ ਹਾਂ ਤੁਹਾਡੇ ਇਸ ਲਈ ਜੀ। ਬਹੁਤ ਧੰਨਵਾਦ ਭੈਣ ਜੀ। ਔਰ ਮੈਂ ਇੱਥੇ ਜਿੱਥੇ ਧੰਨਵਾਦ ਵੀ ਕਰਾਂਗਾ ਤੁਹਾਡਾ ਤੇ ਉੱਥੇ ਤੁਸੀਂ ਵਧਾਈ ਦੇ ਪਾਤਰ ਵੀ ਹੋ ਕਿ ਇੱਕ ਤੁਸੀਂ ਬਹੁਤ ਵਧੀਆ ਜਿਹੜਾ ਉਹ ਕਾਜ਼ ਉਹ ਕਰ ਰਹੇ ਹੋ। ਤੇ ਨਾਲ ਦੀ ਨਾਲ ਮੈਂ ਸਾਡੇ ਜਿਹੜੇ ਦਰਸ਼ਕ ਸਾਡੇ ਇਸ ਟਾਈਮ ਸਾਡੇ ਨਾਲ ਜੁੜੇ ਆ ਉਹਨਾਂ ਨੂੰ ਮੈਂ ਦੱਸਣਾ ਚਾਹਾਂਗਾ। ਦੇਖੋ ਭੈਣ ਜੀ ਹੁਣਾਂ ਨੇ ਆਪਣੇ ਬ੍ਰਦਰ ਦੀ ਯਾਦ ਦੇ ਵਿੱਚ ਇਹ ਇੱਕ ਰਾਈਡ ਫੰਡ ਰੇਜ਼ਿੰਗ ਰਾਈਡ ਕਿਉਂਕਿ ਉਹ ਮੋਟਰਸਾਈਕਲ ਚਲਾਉਂਦੇ ਸੀਗੇ ਹੈ ਨਾ, ਇਹ ਆਪਾਂ ਡਿਸਾਈਡ ਪਰਿਵਾਰ ਕਰ ਲਿਆ ਜਾਂ ਕਿਸੇ ਨੇ ਕਰ ਲਿਆ ਇੱਕ ਫੰਡ ਰੇਜ਼ ਕਰਨ ਦਾ, ਜਾਣ ਕੇ ਉਹਨਾਂ ਲੋਕਾਂ ਦੀ ਆਪਣੇ ਪਰਿਵਾਰਕ ਮੈਂਬਰ ਨੂੰ ਯਾਦ ਕਰਨ ਦਾ ਤੇ ਇੱਕ ਫੰਡ ਇਕੱਤਰ ਕਰਕੇ ਲੋੜਵੰਦਾਂ ਦੀ ਮਦਦ ਕਰਨ ਦਾ ਇੱਕ ਬਹਾਨਾ ਹੁੰਦਾ ਹੈ ਨਾ। ਸੋ ਜਾਣਾ ਹਰ ਇੱਕ ਨੇ ਆ ਇੱਥੋਂ, ਪਰ ਜਾਣ ਵਾਲੇ ਨੂੰ ਉਹਦੀ ਯਾਦ ਨੂੰ ਇੱਕ ਯਾਦਗਾਰ ਬਣਾਉਣਾ ਉਹ ਬਹੁਤ ਚੰਗੀ ਗੱਲ ਆ। ਸੋ ਭੈਣ ਜੀ ਹੁਣਾਂ ਨੇ ਕੰਮ ਕੀਤਾ। ਮੈਂ ਤਾਂ ਕਹਿੰਦਾ ਕਿ ਦੇਖੋ ਸਾਡੇ ਵੀ ਬਜ਼ੁਰਗ ਚਲੇ ਗਏ ਆ, ਨੌਜਵਾਨ ਵੀ ਚਲੇ ਜਾਂਦੇ ਆ, ਬਹਾਨੇ ਦੇ ਨਾਲ ਨਾਲੇ ਤਾਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਨਾਲੇ ਇੱਕ ਚੰਗਾ ਕਾਰਜ ਕਰ ਲੈਂਦੇ ਹਾਂ। ਹੁਣ ਇਹ ਪੀਲ ਚਿਲਡਰਨ ਏਡ ਦੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਇਹ ਸਾਰੀ ਸਹਾਇਤਾ ਜਾਂਦੀ ਹੈ। ਜਿੰਨੇ ਵੀ ਪੈਸੇ ਇਕੱਠੇ ਹੁੰਦੇ ਆ, 20,000 ਹੋ ਜੇ, 25,000 ਹੋ ਜੇ, $50,000 ਹੋ ਜੇ, ਉਹ ਸਾਰਾ ਉਹਨਾਂ ਨੂੰ। ਕਿਹੜੇ ਬੱਚੇ ਨੇ ਉਹ? ਜਿਨ੍ਹਾਂ ਦੇ ਮਾਂ ਪਿਓ ਨਹੀਂ ਇਸ ਦੁਨੀਆ ਦੇ ਵਿੱਚ, ਉਹ ਆਪਣੇ ਮਾਂ ਪਿਓ ਤੋਂ ਬਿਨਾਂ ਜ਼ਿੰਦਗੀ ਬਸਰ ਕਰ ਰਹੇ ਆ, ਉਹਨਾਂ ਦੀ ਸਹਾਇਤਾ ਦੇ ਲਈ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਅਜਿਹੇ ਬੱਚਿਆਂ ਦੀ ਸਹਾਇਤਾ ਕਰਨ ਦਾ। ਔਰ 29 ਤਰੀਕ ਨੂੰ ਜਿਹੜੀ ਆਉਣ ਵਾਲੀ 29 ਅਗਸਤ ਆ ਉਸ ਨੂੰ ਇਹ ਜਿਹੜੀ ਰਾਈਡ ਹੋਣੀ ਹੈਗੀ। ਬਹੁਤ ਸਾਰੇ ਇਹਦੇ ਵਿੱਚ ਰਾਈਡਰ ਹੋਣਗੇ
ਇਕੱਲੇ ਸਿੱਖ ਕਮਿਊਨਿਟੀ ਦੇ ਨਹੀਂ, ਹੋਰ ਵੀ ਬੜੀਆਂ ਕਮਿਊਨਿਟੀਆਂ ਤੋਂ ਜਿਹੜੇ ਲੋਕ ਜਿਹੜੇ ਮੈਂ ਜ਼ਰੂਰ ਦੱਸਣਾ ਚਾਹਾਂਗੀ ਨੈਲਾ ਫਿਗਸ ਵੀ ਆ ਰਹੇ ਨੇ, ਜਿਹੜੇ ਸਿੱਖ ਕਿਡਸ ਦੇ ਆਰਗੇਨਾਈਜ਼ਰ ਨੇ, ਉਹਨਾਂ ਨੇ ਸਾਡੀ ਐਕਸੈਪਟ ਕੀਤੀ, ਸੋ ਉਹ ਵੀ ਜੁਆਇਨ ਕਰਨਗੇ। ਇਹ ਸਾਰਿਆਂ ਲਈ ਹੈ, ਇਹ ਨਹੀਂ ਕਿ ਵੀ ਇੱਕ ਕਮਿਊਨਿਟੀ ਦਾ ਜਾਂ ਇੱਕ ਬੰਦੇ ਦਾ, ਇਹ ਜਿਹੜੇ ਲੋਕ ਬਾਈਕ ਨੂੰ ਪਿਆਰ ਕਰਦੇ ਨੇ, ਜਿਹੜੇ ਲੋਕ ਕਿਸੇ ਦੀ ਸਹਾਇਤਾ ਕਰਨਾ ਚਾਹੁੰਦੇ ਨੇ। ਜਦੋਂ ਅਸੀਂ ਪਹਿਲੀ ਵਾਰੀ ਆਪਣਾ ਕੀਤਾ ਸੀ ਨਾ ਫੰਡਰੇਜ਼ਰਸ, ਉਦੋਂ ਅਸੀਂ ਮਤਲਬ ਹਾਲ ਦੇ ਵਿੱਚ ਕੀਤਾ ਸੀ, ਤੇ ਅਸੀਂ ਜਿਹੜਾ 5 ਬੱਚੇ ਚੁਣੇ ਸੀ, ਜਿਹੜੇ 5 ਨੂੰ ਅਸੀਂ ਹੈਲਪ ਕੀਤੀ ਸੀ, ਉਹਨਾਂ ਨੇ ਆ ਕੇ ਸਪੀਚ ਦਿੱਤੀ। ਉਹਨਾਂ ਦੀ ਸਪੀਚ ਸੁਣ ਕੇ ਵੀ, ਉਹਨਾਂ ਦੇ ਐਕਸਪੀਰੀਅੰਸ ਸੁਣ ਕੇ ਆਡੀਅנס ਦੇ ਵਿੱਚ ਸਾਡੇ ਫਰੈਂਡਸ ਨੇ, ਹੀ ਇਜ਼ ਇਟਾਲੀਅਨ, ਉਹਨਾਂ ਨੇ ਪਹਿਲੇ ਸਾਲ $10,000 ਦਿੱਤਾ, ਹੁਣ ਹਰ ਸਾਲ $5,000 ਹਰ ਸਾਲ ਦਿੰਦੇ ਨੇ। ਰਾਈਡ ਕਰਦੇ ਨੇ, ਉਹਨਾਂ ਨੇ ਬਾਈਕ ਲਿਆ ਰਾਈਡ ਸ਼ੁਰੂ ਹੋਣ ਤੋਂ ਬਾਅਦ, ਇਸ ਵਾਰੀ ਉਹ ਆਪਣੇ ਹੋਰ 10 ਰਾਈਡਰਸ ਲੈ ਕੇ ਆ ਰਹੇ ਨੇ। ਸੋ ਉਹਨਾਂ ਨੂੰ ਸਾਡਾ ਕੰਮ ਪਸੰਦ ਆਇਆ, ਹਨਾ। ਇਹਦੇ ਵਿੱਚ ਇਹ ਨਹੀਂ ਹੁੰਦਾ ਕਿ ਇਹ ਕਿਸੇ ਇੱਕ ਕਮਿਊਨਿਟੀ ਦੀ ਨਹੀਂ ਹੈ, ਇਟਸ ਐਵਰੀਬਾਡੀਜ਼ ਰਾਈਟ। ਬਿਲਕੁਲ ਬਿਲਕੁਲ। ਇੱਕ ਛੋਟਾ ਸਵਾਲ ਮੇਰਾ ਹੋਰ, ਜਿਹੜੇ ਲੋਕਾਂ ਕੋਲੇ ਬਾਈਕ ਹੈ ਨਹੀਂ ਗੀ, ਹੁਣ ਮੇਰੇ ਕੋਲ ਬਾਈਕ ਨਹੀਂ ਹੈਗੀ, ਤੇ ਮੇਰਾ ਦਿਲ ਵੀ ਕਰ ਰਿਹਾ ਕਿ ਯਾਰ ਮੈਂ ਇਹਦਾ ਹਿੱਸਾ ਬਣਾ। ਕੀ ਲੋਕ ਗੱਡੀਆਂ ਤੇ ਵੀ ਜਾਂਦੇ? ਹਾਂਜੀ, ਸਾਡੇ ਕੋਲ ਜੀਪ ਲਵਰਸ ਕਲੱਬ ਹੈਗਾ, ਉਹ ਜੁਆਇਨ ਕਰਦੇ ਨੇ। ਤੁਹਾਡੇ ਕੋਲ ਕੋਈ ਵੀ ਕਾਰ ਹੈਗੀ, ਤੁਸੀਂ ਜੁਆਇਨ ਕਰੋ। ਪਿਛਲੀ ਵਾਰੀ 2-3 ਜਣੇ ਗਏ ਸੀ। ਐਤਵਾਰ ਵੀ ਮੇਰੀ ਜਿਹੜੀ ਨੀਸ ਹੈਗੀ ਹੈ, ਉਹ ਸਾਰੇ, ਜਿਵੇਂ ਫਰੰਟ ਤੇ ਮੈਂ ਕੰਮ ਕਰਦੀ ਹਾਂ, ਸਾਰਾ ਬੈਕ ਤੇ ਉਹਨਾਂ ਨੂੰ ਪਤਾ ਹੁੰਦਾ ਹੈ ਕੌਣ ਕੀ ਕੁਛ ਹੋ ਰਿਹਾ ਨਾ। ਸੋ ਉਹ ਕਹਿੰਦੀ ਮਾਸੀ ਮੈਂ ਐਤਕੀ ਮੈਂ ਵੀ ਰਾਈਡ ਕਰਨਾ, ਸੋ ਉਹ ਨਾਲ ਕਰਨਗੇ। ਹਾਂਜੀ, ਕੋਈ ਵੀ ਰਾਈਡ ਕਰ ਸਕਦਾ ਹੈ, ਜਾਣੀ ਕਿ ਮੋਟਰਸਾਈਕਲ ਲੱਗੇ ਜਾਣਗੇ, ਉਸ ਤੋਂ ਪਿੱਛੇ ਜਿਹੜੀਆਂ ਜੀਪਾਂ ਜਾਂ ਕਾਰਾਂ ਜੋ ਪਿਛਲੀ ਵਾਰੀ ਸਾਡੇ ਇੱਕ ਫੈਮਿਲੀ ਨੇ ਆਪਣੀ ਕਾਰ ਲੈ ਕੇ ਗਏ। ਇੱਕ ਹੋਰ ਲੜਕੀ ਆਏ ਸੀ, ਉਹਨਾਂ ਨੇ ਆਪਣਾ ਬ੍ਰਦਰ ਲੂਜ਼ ਕੀਤਾ ਹੋਇਆ ਸੀਗਾ, ਉਹਨਾਂ ਦੇ ਹਸਬੈਂਡ ਨੇ ਦੱਸਿਆ, ਉਹ ਆਏ, ਉਹਨਾਂ ਨੇ ਵੀ ਕਾਰ ਤੇ ਰਾਈਡ ਕੀਤਾ। ਸੋ ਦੇਖੋ, ਕੋਈ ਵੀ ਪਰਿਵਾਰ ਐਸਾ ਨਹੀਂ ਹੈ ਜਿਹਨੂੰ ਕਿ ਮੌਤ ਨੇ ਨਹੀਂ ਟੱਚ ਕੀਤਾ ਹੋਇਆ, ਹਨਾ। ਆਪਾਂ ਸਾਰਿਆਂ ਨੇ ਕਿਸੇ ਨਾ ਕਿਸੇ ਨੂੰ ਲੂਜ਼ ਕੀਤਾ ਹੋਇਆ। ਤੇ ਕਿਉਂਕਿ ਬਾਹਰ ਜ਼ਿਆਦਾ ਮੈਂ ਜਾਂਦੀ ਹੈਗੀ, ਸੋ ਲੋਕੀ ਸੋਚਦੇ ਨੇ ਕਿ ਵੀ ਹਾਂ ਇਹ ਬ੍ਰਦਰ ਹੈਗਾ, ਬਟ ਨਹੀਂ, ਇਟਸ ਅਬਾਊਟ ਅ ਸਨ, it's about a husband, it's about a father, it's about a friend, it's about ਜਿਹੜੇ ਲੋਕਾਂ ਦੇ ਨਾਲ ਕੰਮ ਕਰਦਾ ਹੁੰਦਾ ਸੀ। ਸੋ ਉਹ ਉਹਨੇ ਦੇਖਿਆ ਕਿ ਵੀ ਇੱਕ ਭੈਣ ਐਵੇਂ ਯਾਦ ਕਰਦੀ, ਸ਼ੀ ਕੇਮ, ਹੈ ਨਾ, ਉਹ ਹਰ ਸਾਲ। ਸੋ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦੇ ਵੀ ਨਾਲ ਤੁਸੀਂ ਆ ਕੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਠੀਕ ਕੰਮ ਕਰ ਰਹੇ ਹਾਂ, ਸਾਨੂੰ ਜੁਆਇਨ ਕਰੋ। ਕਿਸੇ ਤਰੀਕੇ ਨਾਲ ਵੀ, ਤਨ ਮਨ ਧਨ, ਕਾਰ ਹੈ, ਜੀਪ ਹੈ, ਮੋਟਰਸਾਈਕਲ ਹੈ, ਪੈਦਲ ਹੈ, ਜਸਟ ਕਮ। ਪਤਾ ਕੀ, ਦੁੱਖ ਵੰਡਿਆ ਘਟਦਾ ਹੈ। ਜਦੋਂ ਆ ਕੇ ਸਾਡੇ ਨਾਲ ਲੋਕੀ ਗੱਲਾਂ ਕਰਦੇ ਨੇ ਵੀ ਮੇਰੇ ਫਲਾਣਾ ਹੋ ਗਿਆ, ਵੀ ਲੋਸਟ ਦੈਟ ਪਰਸਨ, ਅਸੀਂ ਉਹਨਾਂ ਦਾ ਹੱਥ ਫੜਦੇ ਹਾਂ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹਾਂ ਨਹੀਂ, ਉਹ ਤੁਹਾਡੇ ਕੋਲ ਹੈ। ਕਿਉਂਕਿ ਤੁਹਾਨੂੰ ਪਤਾ ਹੈ, ਮੈਂ ਸੋਚਦੀ ਹਾਂ ਮੇਰਾ ਬ੍ਰਦਰ ਮੇਰੇ ਦਿਲ 'ਚ ਰਹਿੰਦਾ ਹੈਗਾ। ਪਹਿਲਾਂ ਸਗੋਂ ਦੂਰ ਹੁੰਦਾ ਸੀਗਾ, ਬਾਬਾ ਜੀ ਨੇ ਉਹਦੀ ਦੇਹ ਲੈ ਲਈ, ਤੇ ਹੁਣ ਮੈਂ ਉਹਨੂੰ ਆਪਣੇ ਦਿਲ 'ਚ ਮਹਿਸੂਸ ਕਰਦੀ ਹਾਂ। ਜਦੋਂ ਕੋਈ ਤੁਹਾਨੂੰ ਛੱਡ ਕੇ ਚਲਾ ਜਾਂਦਾ ਹੈ, ਤੁਹਾਨੂੰ ਉਹਦੀਆਂ ਯਾਦਾਂ ਦੇ ਨਾਲ, ਉਹਦੀ ਸੋਲ ਦੇ ਨਾਲ ਰਹਿਣਾ ਸਿੱਖਣਾ ਪੈਂਦਾ ਹੈ। ਅਸੀਂ ਇੰਨੇ ਸਾਲ ਲੱਗ ਗਏ ਨੇ, ਪਰ ਹੁਣ ਸਿੱਖ ਲਿਆ। ਹੁਣ ਐ ਲੱਗਦਾ ਕਿ ਨਹੀਂ, ਉਹ ਤੇ ਹਰ ਵੇਲੇ ਮੇਰੇ ਕੋਲ ਸਾਡੇ ਨਾਲ ਹੀ। ਅੱਛਾ, ਜੇ 9 ਵਜੇ ਆਪਾਂ ਰਜਿਸਟ੍ਰੇਸ਼ਨ ਸਟਾਰਟ ਹੋਣੀ ਆ, ਕੁੱਲ ਸਮਾਂ ਕਿੰਨਾ ਗਾ, ਕਿੰਨੇ ਟਾਈਮ ਦਾ ਇਵੈਂਟ ਹੁੰਦਾ, ਵੀ ਕਿੰਨੇ ਕੁ ਵਜੇ ਉੱਥੋਂ ਲੋਕ ਜਿਹੜੇ ਫ੍ਰੀ ਹੋ ਜਾਂਦੇ ਆ ਕਿ ਆਪਾਂ ਆਪਣੇ ਕੰਮਾਂ ਤੇ ਵੀ ਕਈਆਂ ਨੇ ਜਾਣਾ? ਹਾਂਜੀ, ਤੁਸੀਂ ਦੇਖੋ, ਕਈ ਲੋਕ ਆਉਂਦੇ ਨੇ ਘੰਟੇ ਲਈ ਆਉਂਦੇ ਨੇ, ਬਟ ਮੋਸਟ ਬਿਊਟੀਫੁਲ ਟਾਈਮ ਇਜ਼ ਜਦੋਂ ਰਾਈਡ ਜਾਂਦੀ ਹੈ, ਕਿਉਂਕਿ ਉਸ ਵੇਲੇ ਅਸੀਂ ਕਲਰ ਵੀ ਚੜ੍ਹਦੇ ਹਾਂ। 10 ਵਜੇ ਲਗਭਗ, 10:30 ਵਜੇ ਆ ਜਾਓ ਤੁਸੀਂ। ਪਰ ਅਸੀਂ ਚਾਹੁੰਦੇ ਹਾਂ ਅਸੀਂ ਇੰਨਾ ਕੁਝ, ਜਿਨ੍ਹਾਂ ਨੇ ਤਾਂ ਰਾਈਡ ਨੂੰ ਜੁਆਇਨ ਕਰਨਾ, ਰਜਿਸਟ੍ਰੇਸ਼ਨ ਤਾਂ 9 ਵਜੇ ਸਟਾਰਟ ਹੋ ਜਾਣੀ ਹੈ। ਉਸ ਤੋਂ ਬਾਅਦ 10-10:30 ਵਜੇ ਜਿਹੜੀ 10-10:30 ਵਜੇ ਰਾਈਡ ਚਲੇ ਜਾਂਦੀ ਹੈ। ਹਾਂ, ਤੁਸੀਂ ਉਸ ਟਾਈਮ ਜੁਆਇਨ ਕਰਨਾ, ਜੇ 2 ਘੰਟੇ ਲਈ ਤਾਂ ਸਵੇਰ ਦੇ ਜੁਆਇਨ ਕਰ ਲਓ। ਜੇ ਜਦੋਂ ਵਾਪਸ ਆਉਂਦੀ ਹੈ ਤੇ ਲੰਚ ਕਰ ਲਓ, ਉਦੋਂ ਆ ਸਕਦੇ ਹੋ ਤੁਸੀਂ। 12 ਵਜੇ ਲੰਚ ਵੀ ਉੱਥੇ ਹੋਣਾ, ਉਸੇ ਜਗ੍ਹਾ ਵਾਪਸ ਆਉਂਦੇ ਕਿੰਨੇ ਵਜੇ? 12 ਵਜੇ ਵਾਪਸ ਆਉਂਦੇ। 12 ਵਜੇ ਵਾਪਸ ਆਉਂਦੇ ਨੇ। ਸੋ ਵੀ ਗੈਟ, ਪਿਛਲੇ ਸਾਲ ਵੀ ਅਸੀਂ, ਕਿਉਂਕਿ ਬੰਦ ਲਿਆਂਦਾ ਸੀਗਾ, ਬੰਦ ਥਾਲੀਆਂ, ਅਸੀਂ ਇੰਡੀਅਨ ਫੂਡ ਹੀ ਕਰਦੇ ਹੈਗੇ ਆ, ਹਨਾ। ਸੋ ਐਤਕੀ ਵੀ ਅਸੀਂ ਉਹੀ, ਜਾਣੀ ਕਿ 12 ਵਜੇ ਲੰਚ ਟਾਈਮ ਹੁੰਦਾ, ਲੰਚ ਟਾਈਮ ਨੂੰ ਵਾਪਸ ਆ ਜਾਂਦੇ 1 ਵਜੇ ਨੂੰ, ਜਾਣੀ ਕਿ ਸਾਰਾ 1-1:30 ਵਜੇ ਨੂੰ ਸਾਰਾ ਖਤਮ ਹੋ ਜਾਂਦਾ। ਹਾਂਜੀ। ਜਾਣੀ ਕਿ ਕਹਿਣ ਦਾ ਮਤਲਬ ਇਹ, ਜੇ ਕਿਸੇ ਨੇ ਜੁਆਇਨ ਕਰਨਾ ਹੋਵੇ ਤਾਂ 9 ਵਜੇ ਤੋਂ ਲੈ ਕੇ 1-1:30 ਵਜੇ ਤੱਕ ਜੁਆਇਨ ਕਦੇ ਵੀ ਆ ਸਕਦੇ ਨੇ ਉੱਥੇ। ਕਿਉਂਕਿ ਅਸੀਂ ਬਾਅਦ ਚ ਦਰੀਆਂ ਦੁਰੀਆਂ ਵੀ ਚੁੱਕਣੀਆਂ ਹੁੰਦੀਆਂ, ਅਸੀਂ ਤੇ 2-2:30 ਵਜੇ ਤੱਕ ਉੱਥੇ ਹੁੰਦੇ ਆ। ਦਰੀਆਂ ਤੇ ਨਹੀਂ ਹੁੰਦੀਆਂ, ਬਟ ਆਪਾਂ ਕਹਿ ਦਿੰਦੇ ਆ ਵੀ ਵੀ ਹੈਵ ਟੂ ਰੈਪ ਅਪ ਐਵਰੀਥਿੰਗ, ਕਲੀਨਿੰਗ ਕਰਕੇ ਜਾਣੀ ਹੁੰਦੀ। ਸੋ ਅਸੀਂ 2-2:30 ਵਜੇ ਤੱਕ
ਉੱਥੇ ਪਰਿਵਾਰ ਹੁੰਦੇ ਆ। ਅਸੀਂ 8 ਵਜੇ ਅਸੀਂ 7:30 ਪਹੁੰਚ ਕੇ ਅਸੀਂ 3 ਵਜੇ ਤੱਕ ਉੱਥੇ ਹੁੰਦੇ ਆ। ਸੋ ਜੇ ਤੁਸੀਂ ਨਹੀਂ ਉਸ ਟਾਈਮ ਦੇ ਵਿੱਚ ਆ ਸਕਦੇ ਬਟ ਤੁਹਾਨੂੰ ਚੰਗਾ ਲੱਗਦਾ ਹੈ ਕਿ ਤੁਸੀਂ ਸਾਨੂੰ ਹੱਲਾਸ਼ੇਰੀ ਦੇਣਾ ਚਾਹੁੰਦੇ ਹੋ ਤਾਂ ਕਿਸੇ ਵੀ ਵੇਲੇ ਆ ਜਾ ਕਰੋ। ਹਾਂਜੀ, ਬਹੁਤ ਧੰਨਵਾਦ ਭੈਣ ਜੀ, ਤੁਸੀਂ ਆਏ ਤੇ ਟਾਈਮ ਦਿੱਤਾ। ਥੈਂਕ ਯੂ। ਸੋ ਸਾਡੇ ਦਰਸ਼ਕਾਂ ਨੂੰ ਮੈਂ ਇੱਕ ਵਾਰ ਫਿਰ ਇਹੀ ਰਿਕੁਐਸਟ ਕਰਾਂਗਾ ਕਿ ਇਹ ਜਿਹੜਾ ਕਾਰਜ ਹੈ ਇਹ ਪੀਲ ਚਿਲਡਰਨ ਏਡ ਦੇ ਬੱਚਿਆਂ ਦੇ ਲਈ ਕੀਤਾ ਜਾ ਰਿਹਾ। ਉਹਨਾਂ ਦੇ ਲਈ ਫੰਡ ਇਕੱਤਰ ਕਰਨਾ। ਜੇ ਤੁਹਾਡੇ ਕੋਲੇ ਕੋਈ ਮੋਟਰਸਾਈਕਲ ਕੋਈ ਵੀ ਵਹੀਕਲ ਹੈਗਾ ਤੁਸੀਂ ਜੁਆਇਨ ਕਰੋ। ਸਵੇਰੇ 9 ਵਜੇ ਚੱਲ ਜਾਓ, 10 ਵਜੇ ਚੱਲ ਜਾਓ। ਰਜਿਸਟ੍ਰੇਸ਼ਨ 9 ਵਜੇ ਸਟਾਰਟ ਹੋ ਜਾਣੀ ਆ। ਨਾਲੇ ਤਾਂ ਮਾਹੌਲ ਦੇਖੋ ਉੱਥੇ ਕਿੰਨਾ ਵਧੀਆ ਹੁੰਦਾ। ਸਾਰੇ ਸਿੱਖ ਮੋਟਰਸਾਈਕਲ ਕਲੱਬ ਦੇ ਹੋਰਾਂ ਕਮਿਊਨਿਟੀਆਂ ਦੇ ਜਿਹੜੇ ਹੋਰ ਕਲੱਬ ਹੈਗੇ ਨੇ, ਮੋਟਰਸਾਈਕਲ ਕਲੱਬ ਹੈਗੇ ਨੇਗੇ, ਉਹ ਵੀ ਉੱਥੇ ਆਉਣਗੇ। ਰਾਇਲ ਐਨਫੀਲਡ ਕਲੱਬ ਦੇ ਹੋਗੇ ਜਾਂ ਹੋਰ ਜੀਪ ਲਵਰ ਬਹੁਤ ਬੜੀਆਂ ਨਵੀਆਂ ਜੀਪਾਂ ਦੇਖਣ ਨੂੰ ਮਿਲਦੀਆਂ। ਤੇ ਇੱਕ ਪ੍ਰਦਰਸ਼ਨੀ ਵੀ ਕਹਿ ਸਕਦੇ ਆਪਾਂ, ਹੈ ਨਾ। ਉਹ ਮੋਟਰਸਾਈਕਲਾਂ ਦੀ ਨਵੇਂ ਮੋਟਰਸਾਈਕਲ ਹੁੰਦੇ ਆ ਤੇ ਨਾਲ ਦੀ ਨਾਲ ਨਵੀਆਂ ਜੀਪਾਂ ਮੋਡੀਫਾਈ ਕੀਤੀਆਂ ਹੁੰਦੀਆਂ ਜਿਵੇਂ ਪੰਜਾਬ ਦੇ ਵਿੱਚ ਕੀਤੀਆਂ ਹੁੰਦੀਆਂ ਸੀ। ਸੋ ਸਾਰਾ ਕੁਝ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਤੁਸੀਂ ਇੱਕ ਚੰਗੇ ਕੰਮ ਦੇ ਵਿੱਚ ਜਿਹੜਾ ਉਹ ਵੀ ਪਾਰਟਿਸਿਪੇਟ ਕਰੋ। ਸੋ ਅੱਜ ਦੇ ਪ੍ਰੋਗਰਾਮ ਦੇ ਜਿੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।